ਨਾ ਜਾਵੇ। ਨਿਆਂਇਆਂ ਦੀ ਪੁਸਤਕ ਨੂੰ ਹਮੇਸ਼ਾ ਇਸ ਤਰ੍ਹਾਂ ਦੇਖਿਆ ਜਾਂਦਾ ਕਿ ਜਿਸ ਤਰ੍ਹਾਂ ਕਿ ਇਜ਼ਰਾइल ਨੇ ਪਾਪ ਕੀਤਾ ਤੇ ਸਾਰੇ ਦਾ ਸਾਰਾ ਇਸਰਾਇਲ ਜਿਹੜਾ ਸੀ ਪ੍ਰਭੂ ਨੇ ਉਹਨਾਂ ਨੂੰ ਗੁਲਾਮੀ ਦੇ ਵਿੱਚ ਮੁੜ ਕੇ ਫੇਰ ਸੁੱਟ ਦਿੱਤਾ। ਉਸਨੇ ਕੋਈ ਨਾ ਕੋਈ ਰਾਜਾ ਲਿਆ ਕੇ ਉਹਨਾਂ ਦੇ ਸਿਰ ਦੇ ਉੱਤੇ ਬਿਠਾ ਦਿੱਤਾ। ਲੇਕਿਨ ਇਸ ਤਰ੍ਹਾਂ ਨਹੀਂ ਸੀਗਾ। ਇਹ ਟ੍ਰਾਈਬਸ ਦੇ ਨਾਲ ਹੋਈਆਂ। ਇਜ਼ਰਾइल ਦੀਆਂ 12 ਟ੍ਰਾਈਬਸ ਸੀਗੀਆਂ, 12 ਕਬੀਲੇ ਸੀ। ਜਿਸ ਵੇਲੇ ਕੋਈ ਕਬੀਲਾ ਜਿਹੜਾ ਕਬੀਲਾ ਆਪਣੇ ਪਾਪ ਦੇ ਵਿੱਚ ਐਨ ਅੱਤ ਦੇ ਉੱਤੇ ਹੁੰਦਾ ਸੀ, ਪ੍ਰਭੂ ਉਹਨਾਂ ਨੂੰ ਸਜ਼ਾ ਦਿੰਦਾ ਸੀ। ਔਰ ਉਹਦੇ ਨਾਲ ਫਿਰ ਅਸੀਂ ਇਹ ਦੇਖਦੇ ਹਾਂ ਕਿ ਪ੍ਰਭੂ ਦਾ ਪ੍ਰਕੋਪ ਜਿਹੜਾ ਉਹ ਦੇਖ ਕੇ ਜਿਹੜੇ ਬਾਕੀ ਦੇ ਕਬੀਲੇ ਆ ਉਹ ਰਸਤੇ ਦੇ ਉੱਤੇ ਆ ਜਾਂਦੇ ਸੀ। ਔਰ ਫਿਰ ਕੋਈ ਨਾ ਕੋਈ ਕਬੀਲਾ ਪਾਪ ਕਰਦਾ ਸੀ ਔਰ ਸਾਰੇ ਜਿਹੜੇ ਸੀ ਉਹ ਢਿੱਲੇ ਪੈ ਜਾਂਦੇ ਸੀ। ਪ੍ਰਭੂ ਉਹਨਾਂ ਨੂੰ ਇੱਕ ਵਾਰ ਫੇਰ ਤਿੱਖੇ ਕਰਦਾ ਸੀ ਔਰ ਇੱਕ ਵਾਰ ਫਿਰ ਪ੍ਰਭੂ ਉਹਨਾਂ ਨੂੰ ਉਠਾਲ ਕੇ ਖੜੇ ਕਰਦਾ ਸੀ। ਸੋ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਇਹ ਦੇਖਦੇ ਪਏ ਹਾਂ। ਅਸੀਂ ਕੱਲ ਦੇਖਿਆ ਕਿ ਦਬੋਰਾ, ਬਰਾਕ, ਏਹੂਦ ਪ੍ਰਭੂ ਨੇ ਜਿਹੜੇ ਇਕੱਠੇ ਕੀਤੇ, ਜਿਨ੍ਹਾਂ ਨੂੰ ਪ੍ਰਭੂ ਨੇ ਉਠਾਲਿਆ ਔਰ ਆਪਣੇ ਲੋਕਾਂ ਦੇ ਉੱਤੇ ਪ੍ਰਭੂ ਨੇ ਦਇਆ ਕੀਤੀ। ਅਥਾਨੀਅਲ ਜੋ ਕਾਲੇਬ ਦਾ ਭਤੀਜਾ ਵੀ ਸੀ, ਜਵਾਈ ਵੀ ਸੀ, ਉਸ ਦੇ ਉੱਤੇ ਪ੍ਰਭੂ ਨੇ ਕਿਸ ਤਰ੍ਹਾਂ ਦਇਆ ਕੀਤੀ ਔਰ ਉਸ ਦੇ ਨਾਲ ਉਸਨੇ ਯਹੂਦਾ ਦੇ ਸਾਰੇ ਕਬੀਲੇ ਨੂੰ ਬਚਾਇਆ। ਔਰ ਉਸ ਸਮੇਂ ਕਿਉਂਕਿ ਜਿਹੜਾ ਅਸੀਂ ਦੇਖਦੇ ਹੈਗੇ ਕਿ ਮੋਆਬ ਦਾ ਜਿਹੜਾ ਇਲਾਕਾ ਸੀ ਉਹ ਉਸਦਾ ਰਾਜਾ ਸਟਰੋਂਗ ਸੀ ਔਰ ਅਸੀਂ ਦੇਖਦੇ ਕਿ ਇਜ਼ਰਾइल ਦੇ ਉਸ ਇਲਾਕੇ ਦੇ ਵਿੱਚ, ਬੈਤਲਹਮ ਦੇ ਇਲਾਕੇ ਦੇ ਵਿੱਚ ਕਾਲ ਪਿਆ ਸੀ ਔਰ ਉੱਥੋਂ ਉੱਠ ਕੇ ਜਿਹੜੇ ਲੋਕ ਸੀਗੇ ਉਹ ਕੁਛ ਮੁਆਬ ਦੇ ਵਿੱਚ ਚਲੇ ਗਏ, ਕੁਛ ਬਾਕੀ ਦੇ ਕਬੀਲਿਆਂ ਦੇ ਵਿੱਚ ਚਲੇ ਗਏ। ਸੋ ਰੂਥ ਦਾ ਰੂਥ ਦੀ ਜਿਹੜੀ ਅਸੀਂ ਸਟੋਰੀ ਆ, ਜਿਹੜਾ ਰੂਥ ਦਾ ਜਿਹੜਾ ਕਥਾਨ ਆ ਉਹ ਇੱਥੇ ਆਉਂਦਾ। ਲੇਕਿਨ ਅਸੀਂ ਉਸ ਨੂੰ ਦੇਖਾਂਗੇ ਜਿਸ ਵੇਲੇ ਅਸੀਂ ਇਸ ਸਾਰੀ ਚੀਜ਼ ਦੇ ਵਿੱਚੋਂ ਦੀ ਗੁਜ਼ਰ ਜਾਵਾਂਗੇ। ਫਿਰ ਅਸੀਂ ਰੂਥ ਦੀ ਪੋਥੀ ਨੂੰ ਦੇਖਾਂਗੇ। ਲੇਕਿਨ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਰੂਥ ਦੀ ਜਿਹੜੀ ਪੋਥੀ ਆ ਇਸੇ ਗੱਬੇ ਆਉਂਦੀ ਆ। ਸੋ ਆਓ ਅਸੀਂ 5ਵੇਂ ਭਾਵ ਦੇ ਵਿੱਚ ਪਹੁੰਚ ਗਏ ਹਾਂ। ਇਜ਼ਰਾइल ਨੂੰ ਪ੍ਰਭੂ ਨੇ ਬਹੁਤ ਵੱਡੀ ਬਰਕਤ ਦਿੱਤੀ ਆ। ਇੱਕ ਵਾਰ ਫਿਰ ਪ੍ਰਭੂ ਨੇ ਛੁਡਾਇਆ ਔਰ ਇਸ ਵਾਰੇ ਪ੍ਰਭੂ ਨੇ ਇੱਕ ਔਰਤ ਨੂੰ ਬਰਕਤ ਦਿੱਤੀ ਆ, ਦਬੋਰਾ ਨੂੰ ਬਰਕਤ ਦਿੱਤੀ ਆ। ਉਸ ਦੇ ਰਾਹੀਂ ਪ੍ਰਭੂ ਨੇ ਸਾਰੇ ਇਜ਼ਰਾइल ਜਿਹੜਾ ਉਹ ਕਬੀਲਾ ਖਾਸ ਕਰਕੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਜਿਹੜੇ ਯੂਸਫ ਦੇ ਬੱਚੇ ਸੀ ਉਹ ਇੱਥੇ ਇਸ ਵੇਲੇ ਮੁਸੀਬਤ ਦੇ ਵਿੱਚ ਸੀ। ਪ੍ਰਭੂ ਨੇ ਉਹਨਾਂ ਨੂੰ ਮੁਸੀਬਤ ਦੇ ਵਿੱਚੋਂ ਕੱਢਿਆ। ਸੋ ਆਓ ਇੱਥੇ ਅਸੀਂ ਦਬੋਰਾ ਦਾ ਉਹ ਗੀਤ ਦੇਖਦੇ ਹਾਂ ਜਿਸ ਦੇ ਰਾਹੀਂ ਉਸਨੇ ਪ੍ਰਭੂ ਨੂੰ ਬਰਕਤ ਦਿੱਤੀ। ਔਰ ਇਹ 5ਵਾਂ ਭਾਵ ਆ। ਸੋ ਜਿਸ ਨੂੰ ਮਿਲ ਜਾਏ ਆਓ ਇਸ ਦਾ 5ਵਾਂ ਭਾਵ ਪੜ੍ਹੀਏ। ਮੈਂ ਪੜ੍ਹਦੇ ਹਾਂ ਪਾਸਟਰ ਜੀ। ਦਬੋਰਾ ਅਤੇ ਬਰਾਕ ਦਾ ਗੀਤ। ਉਸ ਦਿਨ ਦਬੋਰਾ ਅਤੇ ਬਰਾਕ ਨੇ ਇਹ ਗੀਤ ਗਾਇਆ, ਪ੍ਰਭੂ ਨੂੰ ਧੰਨ ਕਹੋ, ਇਜ਼ਰਾइल ਦੇ ਸਰਦਾਰਾਂ ਦੀ ਅਗਵਾਈ ਲਈ, ਲੋਕਾਂ ਦਾ ਖੁਸ਼ੀ ਨਾਲ ਲੜਾਈ ਦੇ ਲਈ ਤਿਆਰ ਹੋਣ ਲਈ। ਹੇ ਰਾਜੋ ਸੁਣੋ, ਤੁਸੀਂ ਹੇ ਸ਼ਾਸਕੋ ਮੇਰੇ ਉੱਤੇ ਧਿਆਨ ਦੇਵੋ। ਮੈਂ ਇਜ਼ਰਾइल ਦੇ ਪ੍ਰਭੂ ਪਰਮੇਸ਼ਰ ਲਈ ਗਾਵਾਂਗੀ। ਮੈਂ ਉਸ ਦੇ ਲਈ ਸਾਜ਼ ਵਜਾਵਾਂਗੀ। ਜਦੋਂ ਤੂੰ ਅਦੋਮ ਦੀ ਧਰਤੀ ਤੋਂ ਅੱਗੇ ਵਧਿਆ ਤਾਂ ਧਰਤੀ ਕੰਬ ਗਈ, ਆਕਾਸ਼ ਤੋਂ ਮੀਂਹ ਪੈਣ ਲੱਗਾ, ਹਾਂ ਬੱਦਲਾਂ ਤੋਂ ਪਾਣੀ ਵਗਣ ਲੱਗਾ। ਸੀਨੀਏ ਦੇ ਪ੍ਰਭੂ ਅੱਗੇ ਪਹਾੜ ਥਰ-ਥਰਾ ਗਏ, ਹਾਂ ਇਜ਼ਰਾइल ਦੇ ਪਰਮੇਸ਼ਰ ਪ੍ਰਭੂ ਅੱਗੇ। ਅਨਾਥ ਦੇ ਪੁੱਤਰ ਸ਼ਮਗਰ ਦੇ ਕਾਲ ਵਿੱਚ ਅਤੇ ਜਾਏਲ ਦੇ ਦਿਨਾਂ ਵਿੱਚ ਰਾਹੀਆਂ ਦੇ ਦਲਾਂ ਨੇ ਜਾਣਾ ਬੰਦ ਕਰ ਦਿੱਤਾ ਅਤੇ ਰਾਹੀ ਕੇਵਲ ਸੜਕਾਂ ਦੇ ਕੰਢੇ ਚੱਲਣ ਲੱਗੇ। ਇਜ਼ਰਾइल ਦੇ ਸ਼ਹਿਰ ਵੀਰਾਨ ਹੋ ਗਏ। ਜਦੋਂ ਤੱਕ ਦਬੋਰਾ ਨਾ ਉੱਠੀ ਉਹ ਖਾਲੀ ਹੀ ਰਹੇ ਤਾਂ ਤੂੰ ਉਹਨਾਂ ਦੀ ਮਾਂ ਬਣ ਕੇ ਆਈ। ਜਦੋਂ ਇਜ਼ਰਾइली ਲੋਕਾਂ ਨੇ ਨਵੇਂ ਦੇਵਤੇ ਚੁਣੇ ਤਾਂ ਉਹਨਾਂ ਦੀ ਧਰਤੀ ਨੂੰ ਲੜਾਈ ਨੇ ਆ ਘੇਰਿਆ। ਆ ਕੇ ਅਫਰਾ ਦੇ ਪਿੰਡ ਕੋਲ ਇੱਕ ਬਲੂਦ ਦੇ ਰੁੱਖ ਹੇਠ ਬੈਠ ਗਿਆ। ਇਹੀ ਇੱਕ ਪੇਜ ਗਾਹਾਂ ਲੰਘ ਗਿਆ। ਤਾਂ ਉਹਨਾਂ ਦੀ ਧਰਤੀ ਨੂੰ ਲੜਾਈ ਨੇ ਆ ਘੇਰਿਆ। 40,000 ਇਜ਼ਰਾइली ਆਦਮੀ ਸਨ, ਪਰ ਕਿਸੇ ਨੇ ਵੀ ਢਾਲ ਜਾਂ ਵਰਸ਼ਾ ਨਾ ਚੁੱਕਿਆ ਸੀ। ਮੇਰਾ ਮਨ ਇਜ਼ਰਾइल ਦੇ ਆਗੂਆਂ ਵੱਲ ਹੈ, ਹਾਂ ਉਹਨਾਂ ਲੋਕਾਂ ਵੱਲ ਜੋ ਖੁਸ਼ੀ ਨਾਲ ਲੜਾਈ ਲਈ ਤਿਆਰ ਹੋ ਗਏ। ਪ੍ਰਭੂ ਧੰਨ ਹੈ। ਤੁਸੀਂ ਇਸ ਬਾਰੇ ਦੱਸੋ ਜੋ ਚਿੱਟਿਆਂ ਖੋਤਿਆਂ ਦੀ ਸਵਾਰੀ ਕਰਦੇ ਹੋ, ਜੋ ਨਰਮ ਗੱਦੀਆਂ ਉੱਤੇ ਬੈਠਦੇ ਹੋ ਤੇ ਜੋ ਰਾਹ ਦੇ ਨਾਲ ਨਾਲ ਚੱਲਦੇ ਹੋ। ਖੂਹਾਂ ਦੇ ਆਸ-ਪਾਸ ਲੋਕਾਂ ਦੀ ਭੀੜ ਦੀ ਆਵਾਜ਼ ਸੁਣੋ ਜੋ ਪ੍ਰਭੂ ਦੀਆਂ ਜਿੱਤਾਂ ਬਾਰੇ ਦੱਸਦੀ ਹੈ।
ਜੋ ਇਜ਼ਰਾਈਲੀਆਂ ਦੀਆਂ ਜਿੱਤਾਂ ਬਾਰੇ ਦੱਸਦੀ ਹੈ। ਤਦ ਪ੍ਰਭੂ ਦੇ ਲੋਕ ਸ਼ਹਿਰਾਂ ਤੋਂ ਬਾਹਰ ਆਏ। ਹੇ ਦਬੋਰਾ, ਤੂੰ ਜਾਗ ਅਤੇ ਗੀਤ ਗਾ। ਹੇ ਅਬੀਨੋਅਮ ਦੇ ਪੁੱਤਰ ਬਰਾਕ, ਤੂੰ ਉੱਠ ਕੇ ਆਪਣੇ ਬੰਨੂਆਂ ਨੂੰ ਬੰਨ੍ਹ। ਤਦ ਬਚੇ ਹੋਏ ਅੱਗੇ ਵਧੇ ਤੇ ਪ੍ਰਭੂ ਦੇ ਲੋਕ ਸ਼ਕਤੀਸ਼ਾਲੀਆਂ ਨਾਲ ਲੜਨ ਲਈ ਨਿਕਲੇ। ਉਹ ਇਫਰਾਈਮ ਤੋਂ ਵਾਦੀ ਵਿੱਚ ਆਏ, ਮਕੀਰ ਤੋਂ ਉਹਨਾਂ ਦੇ ਆਗੂ ਨਿਕਲੇ ਤੇ ਅਧਿਕਾਰੀ ਲੋਕ ਜਬਲੂਨ ਤੋਂ ਆਏ। ਜਿਸਾਕਾਰ ਦੇ ਆਗੂ ਦਬੋਰਾ ਨਾਲ ਆਏ। ਹਾਂ, ਜਿਸਕਾਰ ਆਇਆ ਤੇ ਬਰਾਕੀ, ਉਹ ਇਸ ਦੇ ਨਾਲ ਵਾਦੀ ਤੱਕ ਗਏ। ਪਰ ਰਊਬੇਨ ਦੇ ਲੋਕ ਆਉਣ ਦਾ ਫੈਸਲਾ ਨਾ ਕਰ ਸਕੇ। ਉਹ ਭੇਡਾਂ ਦੇ ਬਾੜਿਆਂ ਵਿੱਚ ਪਿੱਛੇ ਕਿਉਂ ਰਹੇ ਕਿ ਇੱਜੜਾਂ ਦੀ ਆਵਾਜ਼ ਸੁਣ ਲਈ? ਹਾਂ, ਰਊਬੇਨ ਦੇ ਲੋਕ ਆਉਣ ਦਾ ਫੈਸਲਾ ਨਾ ਕਰ ਸਕੇ। ਗਲਿਆਦ ਨਿਵਾਸੀ ਜਰਦਨੋਂ ਪਾਰ ਹੀ ਰਚੇ ਦਾਨ ਜਹਾਜ਼ਾਂ ਦੇ ਬੇੜਿਆਂ ਕੋਲ ਹੀ ਰਿਹਾ। ਅਸ਼ੇਰ ਸਮੁੰਦਰੀ ਕੰਢੇ ਉੱਤੇ ਹੀ ਰਿਹਾ ਤੇ ਆਪਣੇ ਘਾਟਾਂ ਤੋਂ ਨਾ ਹਿੱਲਿਆ। ਪਰ ਜ਼ਬੂਲੂਨ ਤੇ ਨਫਤਾਲੀ ਦੇ ਲੋਕਾਂ ਨੇ ਆਪਣੇ ਪ੍ਰਾਣ ਦੀ ਲੜਾਈ ਦੇ ਮੈਦਾਨ ਵਿੱਚ ਪਰਵਾਹ ਨਾ ਕੀਤੀ। ਤਦ ਤਮਾਨਾਕ ਵਿੱਚ ਮਿਗਦੋ ਦੇ ਪਾਣੀਆਂ ਕੋਲ ਰਾਜੇ ਆਏ ਤੇ ਲੜੇ। ਹਾਂ, ਕਨਾਨ ਦੇ ਰਾਜਾ ਲੜੇ, ਪਰ ਉਹ ਚਾਂਦੀ ਲੁੱਟ ਨਾ ਸਕੇ। ਆਕਾਸ਼ ਤੋਂ ਤਾਰੇ ਆ ਕੇ ਸੀਸਰਾ ਨਾਲ ਲੜੇ। ਕਿਸ਼ੋਨ ਦਰਿਆ ਉਹਨਾਂ ਨੂੰ ਰੋੜ ਕੇ ਲੈ ਗਿਆ। ਹਾਂ, ਕਿਸ਼ੋਨ ਦਾ ਤੇਜ਼ ਵਹਾਅ ਉਹਨਾਂ ਨੂੰ ਲੈ ਗਿਆ। ਪਰ ਹੇ ਮੇਰੇ ਪ੍ਰਾਣ, ਤੂੰ ਬਲ ਨਾਲ ਅੱਗੇ ਵਧ। ਤਦ ਘੋੜਿਆਂ ਦੇ ਖੁਰਾਂ ਦੀ ਟਾਪ ਉੱਠੇ ਅਤੇ ਸੂਰਮੇ ਤੇਜ਼ ਹਵਾ ਦੀ ਵਾਂਗ ਅੱਗੇ ਵਧੇ। ਪ੍ਰਭੂ ਦੇ ਸਵਰਗਦੂਤ ਨੇ ਕਿਹਾ, ਮੇਰੋਜ਼ ਨੂੰ ਸਰਾਪ ਦਿਓ। ਹਾਂ, ਉਸਦੇ ਵਾਸੀਆਂ ਨੂੰ ਵੱਡਾ ਸਰਾਪ ਦੇਵੋ, ਕਿਉਂਕਿ ਉਹ ਪ੍ਰਭੂ ਦੀ ਮਦਦ ਲਈ ਨਾ ਆਏ। ਹਾਂ, ਉਹ ਸ਼ਕਤੀਸ਼ਾਲੀਆਂ ਦੇ ਵਿਰੁੱਧ ਪ੍ਰਭੂ ਦੀ ਮਦਦ ਕਰਨ ਨਾ ਨਿਕਲੇ। ਹਵਰ ਕੈਨੀ ਦੀ ਪਤਨੀ ਯਾਏਲ ਔਰਤਾਂ ਵਿੱਚ ਧਨ ਹੈ। ਉਹ ਸਭ ਤੰਬੂ ਨਿਵਾਸੀ ਔਰਤਾਂ ਵਿੱਚ ਧਨ ਹੈ। ਸੀਸਰਾ ਨੇ ਉਸ ਤੋਂ ਪਾਣੀ ਮੰਗਿਆ, ਪਰ ਉਸਨੇ ਅੱਗੋਂ ਦੁੱਧ ਪਿਆਇਆ। ਉਸਨੇ ਇੱਕ ਸੁੰਦਰ ਥਾਲੀ ਦੇ ਵਿੱਚ ਉਸਨੂੰ ਦਹੀਂ ਦਿੱਤਾ। ਉਸਨੇ ਆਪਣੇ ਹੱਥ ਵਿੱਚ ਇੱਕ ਕਿੱਲੀ ਲਈ। ਉਸਨੇ ਕਾਰੀਗਰ ਦੇ ਇੱਕ ਹਥੌੜੀ ਚੁੱਕੀ। ਤਦ ਉਸਨੇ ਉਹ ਕਿੱਲੀ ਸੀਸਰਾ ਦੇ ਸਿਰ ਵਿੱਚ ਠੋਕ ਕੇ ਆਰ ਪਾਰ ਕਰ ਦਿੱਤੀ। ਤਦ ਉਹ ਉਸਦੇ ਪੈਰਾਂ ਵਿੱਚ ਡਿੱਗ ਪਿਆ। ਹਾਂ, ਉਸਦੇ ਪੈਰਾਂ ਵਿੱਚ ਡਿੱਗ ਪਿਆ ਅਤੇ ਧਰਤੀ ਤੇ ਡਿੱਗਾ ਹੀ ਸੀ ਕਿ ਮਰ ਗਿਆ। ਸੀਸਰਾ ਦੀ ਮਾਂ ਨੇ ਖਿੜਕੀ ਵਿੱਚੋਂ ਬਾਹਰ ਤੱਕਿਆ। ਉਹ ਬੋਲੀ, ਅੱਜ ਉਸਨੇ ਰੱਬ ਦੇ ਆਉਣ ਵਿੱਚ ਦੇਰ ਕਿਉਂ ਕੀਤੀ? ਅੱਜ ਉਸਨੇ ਰਥ ਦੇ ਆਉਣ ਵਿੱਚ ਦੇਰ ਕਿਉਂ ਕੀਤੀ? ਉਸਦੇ ਘੋੜਿਆਂ ਮੋੜਨ ਵਿੱਚ ਦੇਰ ਕਿਉਂ ਲਾਈ? ਕੀ ਉਸਦੀਆਂ ਸਿਆਣੀਆਂ ਸਾਥੀ ਔਰਤਾਂ ਨੇ ਉਸਨੂੰ ਉੱਤਰ ਦਿੱਤਾ? ਨਹੀਂ, ਉਸਨੇ ਆਪ ਹੀ ਆਪਣੇ ਆਪ ਨੂੰ ਉੱਤਰ ਦਿੱਤਾ। ਉਹ ਜ਼ਰੂਰ ਆਪਣੇ ਕਾਬੂ ਵਿੱਚ ਲੁੱਟ ਦਾ ਮਾਲ ਕਰ ਰਹੇ ਹੋਣਗੇ। ਇੱਕ ਫੌਜੀ ਨੂੰ ਜ਼ਰੂਰ 2 ਕੁੜੀਆਂ ਮਿਲ ਰਹੀਆਂ ਹੋਣਗੀਆਂ। ਸੀਸਰਾ ਨੂੰ ਜ਼ਰੂਰ ਸੁੰਦਰ ਕੱਪੜੇ ਅਤੇ ਕੱਢੇ ਹੋਏ ਲੁੱਟ ਦੇ ਕੱਪੜਿਆਂ ਮੋਢਿਆਂ ਉੱਤੇ ਪਾਉਣ ਲਈ। ਹੇ ਪ੍ਰਭੂ, ਤੇਰੇ ਵੈਰੀ ਇਸ ਤਰ੍ਹਾਂ ਨਾਸ਼ ਹੋਣ, ਪਰ ਤੇਰੇ ਮਿੱਤਰ ਚੜ੍ਹਦੇ ਸੂਰਜ ਦੇ ਵਾਂਗ ਚਮਕਣ। ਇਸ ਦੇ ਪਿੱਛੋਂ ਉਹਨਾਂ ਦੀ ਧਰਤੀ ਉੱਤੇ 40 ਸਾਲਾਂ ਤੱਕ ਸ਼ਾਂਤੀ ਰਹੀ। ਆਮੀਨ। ਤੱਕ ਸ਼ਾਂਤੀ ਰਹੀ, ਜਾਨੀ ਕਿ ਜਿਸ ਇਲਾਕੇ ਦੇ ਵਿੱਚ, ਇਫਰਾਇਮ ਦੇ ਇਲਾਕੇ ਦੇ ਵਿੱਚ ਹੋ ਸਕੇ, ਯੂਸਫ ਦੇ ਜਿਹੜੇ ਪੁੱਤਰ ਸੀ ਉਹਨਾਂ ਦੇ ਇਲਾਕਿਆਂ ਦੇ ਵਿੱਚ ਸ਼ਾਂਤੀ ਰਹੀ। ਔਰ ਇਸ ਤੋਂ ਬਾਕੀ ਦੇ ਕਬੀਲਿਆਂ ਨੇ ਸਿੱਖਿਆ ਔਰ ਉਹਨਾਂ ਨੇ ਆਪਣੇ ਵਿੱਚੋਂ ਪਾਪ ਕੱਢਿਆ। ਔਰ ਜਿਸ ਦੇ ਨਾਲ ਈਵਨ ਇਸਰਾਇਲ ਦੇ ਇਲਾਕੇ ਦੇ ਵਿੱਚ ਇਹ ਸ਼ਾਂਤੀ ਬਣੀ ਰਹੀ। ਲੇਕਿਨ ਇਹ ਕਦੇ ਨਹੀਂ ਹੋ ਸਕਦਾ ਕਿ ਉਹ ਪਾਪ ਦੇ ਵਿੱਚ ਨਾ ਡਿੱਗਣ। ਅਗਲਾ ਜਿਹੜਾ ਹਿੱਸਾ ਹੈ ਉਹ ਸਭ ਤੋਂ ਇੰਪੋਰਟੈਂਟ ਹਿੱਸਾ ਹੈ, ਉਹ ਹੈ ਗੇਡੀਅਨ ਦਾ। ਔਰ ਉਸ ਦੇ ਵਿੱਚ ਪ੍ਰਭੂ ਨੇ ਸੱਚਮੁੱਚ ਦਿਖਾਇਆ ਕਿ ਮੈਂ ਪ੍ਰਭੂ ਹਾਂ ਜੋ ਤੁਹਾਡੇ ਨਾਲ ਖੜਾ ਹਾਂ। ਮੈਂ ਪ੍ਰਭੂ ਹਾਂ ਜੋ ਤੁਹਾਡੇ ਨਾਲ ਤੁਹਾਡੇ ਲਈ ਜੰਗ ਕਰਦਾ। ਮੈਂ ਪ੍ਰਭੂ ਹਾਂ ਜੋ ਤੁਹਾਨੂੰ ਜਿੱਤ ਦਿੰਦਾ। ਸੋ ਜਿਸ ਵੇਲੇ ਅਸੀਂ ਇਸ ਹਿੱਸੇ ਦੇ ਵਿੱਚ ਦੀ ਲੰਘਦੇ ਪਏ ਹਾਂ ਤੇ ਅਸੀਂ ਪ੍ਰਭੂ ਦੀ ਦਇਆ ਤੋਂ ਇਲਾਵਾ ਹੋਰ ਕੱਖ ਨਹੀਂ ਦੇਖਦੇ ਪਏ, ਕਿਉਂਕਿ ਇਹ ਲੋਕ ਜੋ ਹੈ ਇਹ ਪ੍ਰਭੂ ਦੀ ਐਡੀ ਵੱਡੀ ਦਇਆ, ਅਗਰ ਅਸੀਂ ਕਹੀਏ ਕਿ ਡਿਜ਼ਰਵ ਕਰਦੇ ਆ, ਡਿਜ਼ਰਵ ਤਾਂ ਕੋਈ ਵੀ ਨਹੀਂ ਕਰਦਾ। ਮੈਂ ਵੀ ਨਹੀਂ ਕਰਦਾ, ਮੈਂ ਵੀ ਡਿਜ਼ਰਵ ਨਹੀਂ ਕਰਦਾ। ਪਰ ਪ੍ਰਭੂ ਦਾ ਮੈਂ ਬਹੁਤ ਸ਼ੁਕਰ ਕਰਦਾ ਕਿ ਉਸਨੇ, ਕਿਉਂਕਿ ਜਿਹੜੇ ਹੀਰੇ ਪੈਦਾ ਹੁੰਦੇ ਆ ਨਾ, ਹੀਰੇ ਜਿਹੜੇ ਬਣਦੇ ਕੋਲੇ ਦੀ ਖਾਨਾਂ ਚੋਂ ਮਿਲਦੇ ਆ, ਕੋਲੇ ਦੀਆਂ ਖਾਨਾਂ ਚੋਂ ਮਿਲਦੇ। ਲੇਕਿਨ ਇਸ ਤੋਂ ਪਹਿਲਾਂ ਉਹ ਮਿਲਣ ਤੇ ਉਹ ਕੋਲਾ ਹੁੰਦੇ ਆ। ਲੇਕਿਨ ਪ੍ਰਭੂ ਉਹਨਾਂ ਨੂੰ ਹੀਰੇ ਬਣਾਉਂਦਾ।
ਪ੍ਰਭੂ ਦਾ ਮੈਂ ਬਹੁਤ ਸ਼ੁਕਰ ਕਰਦਾ ਕਿ ਤੁਹਾਨੂੰ ਉਹਨਾਂ ਕੋਲੇ ਦੀਆਂ ਖਾਨਾਂ ਦੇ ਵਿੱਚੋਂ, ਮੈਨੂੰ ਉਹਨਾਂ ਕੋਲੇ ਦੇ ਖਾਨਾਂ ਦੇ ਵਿੱਚੋਂ ਪ੍ਰਭੂ ਨੇ ਕੱਢਿਆ। ਲੇਕਿਨ ਇਹ ਨਹੀਂ ਹੈ ਕਿ ਹੀਰਾ ਜਿਸ ਵੇਲੇ ਨਿਕਲਦਾ ਤੇ ਉਸ ਵੇਲੇ ਉਹ ਹੀਰਾ ਹੁੰਦਾ। ਨੋ, ਉਸਨੂੰ ਤਰਾਸ਼ਣਾ ਪੈਂਦਾ, ਤਰਾਸ਼ਣ ਤੋਂ ਬਾਅਦ ਉਹ ਹੀਰਾ ਬਣਦਾ। ਸੋ ਪ੍ਰਭੂ ਇਹਨਾਂ ਲੋਕਾਂ ਨੂੰ ਤਰਾਸ਼ ਰਿਹਾ ਔਰ ਅੱਜ ਸਾਨੂੰ ਤਰਾਸ਼ ਰਿਹਾ। ਇਹ ਪ੍ਰਭੂ ਦੀ ਬਹੁਤ ਵੱਡੀ ਦਇਆ। ਪਰ ਤੁਸੀਂ ਇੱਕ ਚੀਜ਼ ਦੇਖੋ ਕਿ ਹਮੇਸ਼ਾ ਇੱਕ ਔਰਤ ਨੇ ਪ੍ਰਭੂ ਦੇ ਨਾਂ ਨੂੰ ਧੰਨ ਕਿਹਾ। ਉਸਨੇ ਪ੍ਰਭੂ ਦੇ ਲਈ ਗੀਤ ਗਾਇਆ ਜਿਸ ਲਈ ਉਸਨੂੰ ਬਰਕਤ ਮਿਲੀ। ਔਰ ਇੱਥੇ ਅਸੀਂ ਇਹ ਦੇਖਦੇ ਪਏ ਪ੍ਰਭੂ ਨੇ ਔਰਤ ਨੂੰ ਕਿੱਡੀ ਵੱਡੀ ਬਰਕਤ ਦਿੱਤੀ ਕਿ ਉਸਨੇ ਆਪਣੇ ਪ੍ਰਭੂ ਪਰਮੇਸ਼ਰ ਦੇ ਲਈ ਆਪਣਾ ਸਾਰੀ ਜੋ ਉਸਦੇ ਨਾਲ ਬੀਤਿਆ ਉਸਨੂੰ ਇੱਕ ਗੀਤ ਦੇ ਵਿੱਚ ਪਰੋ ਦਿੱਤਾ, ਜੋ ਸਾਡੇ ਸਾਹਮਣੇ। ਬਰਾਕ, ਦਬੋਰਾ, ਬਹੁਤ ਕ੍ਰਿਸਚਨ ਲੋਕ ਆ ਜਿਨ੍ਹਾਂ ਦੀਆਂ ਧੀਆਂ ਦੇ ਨਾਂ ਦਬੋਰਾ। ਸਾਡੇ ਵਿੱਚ ਇੱਕ ਪ੍ਰੈਜ਼ੀਡੈਂਟ ਵੀ ਹੋ ਚੁੱਕਾ ਜਿਸ ਦਾ ਨਾਮ ਬਰਾਕ ਸੀ, ਬਰਾਕ ਓਬਾਮਾ। ਸਾਨੂੰ ਹਮੇਸ਼ਾ ਇਹਨਾਂ ਚੀਜ਼ਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਇਹਨਾਂ ਦੇ ਪਿੱਛੇ ਲੋਕ ਆਪਣੇ ਨਾਮ ਲਿਖਦੇ, ਆਪਣੇ ਨਾਂ ਰੱਖਦੇ। ਸੋ ਆਓ ਅਸੀਂ 6ਵਾਂ ਭਾਵ ਦੇ ਵਿੱਚ ਹੁਣ ਅਸੀਂ ਪਹੁੰਚ ਚੁੱਕੇ ਹਾਂ। ਔਰ ਇਹ ਸਭ ਤੋਂ, ਜਿਸ ਵੇਲੇ 2 ਸਟੋਰੀਆਂ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ, ਗਿਡੀਅਨ ਦੀ ਔਰ ਉਸ ਤੋਂ ਬਾਅਦ ਜਿਹੜੀ ਅਸੀਂ ਅਗਲੀ ਦੇਖਣੀ ਹੈਗੀ ਆ, ਉਹ ਜਿੱਦਾਂ ਹੀ ਅਸੀਂ ਅੱਗੇ ਵਧਾਂਗੇ ਤਾਂ ਸੈਮਸਨ ਦੀ ਸਟੋਰੀ ਅਸੀਂ ਦੇਖਾਂਗੇ। ਸੋ ਆਓ ਗਿਡੀਅਨ ਦੀ ਸਟੋਰੀ ਦੇਖੀਏ, ਕਿਉਂਕਿ ਉਹ ਲੋਕ ਹੁਣ ਪਾਪ ਦੇ ਵਿੱਚ ਡਿੱਗ ਚੁੱਕੇ ਆ। ਸੋ ਆਪਾਂ ਦੇਖਾਂਗੇ ਗਿਡੀਅਨ ਕਿਸ ਇਲਾਕੇ ਦੇ ਵਿੱਚ ਸੀ, ਕਿਹੜਿਆਂ ਲੋਕਾਂ ਨੇ ਪਾਪ ਕੀਤਾ, ਕਿੱਦਾਂ ਦੇਖਿਆ। ਲੇਕਿਨ ਆਓ ਪਹਿਲਾਂ ਅਸੀਂ ਇਸ ਨੂੰ ਪੜ੍ਹੀਏ। ਸੋ ਅਸੀਂ ਦੇਖਾਂਗੇ ਕਿ ਚੈਪਟਰ ਬਹੁਤ ਲੰਬਾ ਚੈਪਟਰ ਆ। ਸੋ ਅਸੀਂ ਪਹਿਲੀਆਂ 13 ਆਇਤਾਂ ਨੂੰ ਦੇਖਾਂ ਜਿਸ ਨੂੰ ਮਿਲ ਜਾਣਾ। ਮੈਂ ਪੜ੍ਹ ਦੇਣਾ ਜੀ। ਹਾਂ, ਤੁਸੀਂ ਸਾਰਾ ਚੈਪਟਰ ਤੁਸੀਂ ਪੜ੍ਹਨਾ ਹੈ ਨਾ। ਸੋ ਹਾਂ, ਗੋ ਅਹੈਡ। ਓਕੇ ਜੀ, ਓਕੇ ਜੀ। ਗਿਦੌਨ ਸਫਾ ਹੈਗਾ 353। ਸਾਰਿਆਂ ਨੂੰ ਜੈ ਮਸੀਹ ਦੀ। ਗਿਦੌਨ ਇਸਰਾਇਲੀ ਲੋਕਾਂ ਨੇ ਫਿਰ ਪ੍ਰਭੂ ਦੇ ਵਿਰੁੱਧ ਪਾਪ ਕੀਤਾ ਅਤੇ ਉਸਨੇ ਉਹਨਾਂ ਨੂੰ 7 ਸਾਲਾਂ ਤੱਕ ਮਿਦਿਆਨੀ ਲੋਕਾਂ ਦੇ ਅਧੀਨ ਕਰ ਦਿੱਤਾ। ਮਿਦਿਆਨੀ ਲੋਕ ਇਸਰਾਇਲੀਆਂ ਤੋਂ ਤਗੜੇ ਸਨ, ਇਸ ਲਈ ਇਸਰਾਇਲੀ ਲੋਕ ਪਹਾੜਾਂ ਵਿੱਚ ਜਾ ਕੇ ਗੁਫਾਵਾਂ ਅਤੇ ਕੰਦਰਾਂ ਵਿੱਚ ਜਾ ਕੇ ਰਹਿਣ ਲੱਗੇ। ਉਹਨਾਂ ਨੇ ਉੱਥੇ ਆਪਣੇ ਲਈ ਸੁਰੱਖਿਅਤ ਥਾਵਾਂ ਤਿਆਰ ਕਰ ਲਈਆਂ। ਜਦੋਂ ਵੀ ਇਸਰਾਇਲੀ ਲੋਕ ਫਸਲ ਬੀਜਦੇ ਸਨ ਤਾਂ ਮਿਦਿਆਨੀ, ਅਮਾਲੋਕੀ ਅਤੇ ਪੂਰਬੀ ਲੋਕ ਉਹਨਾਂ ਉੱਤੇ ਹੱਲਾ ਕਰ ਦਿੰਦੇ ਸਨ। ਉਹ ਇਸਰਾਇਲੀਆਂ ਦੀ ਜ਼ਮੀਨ ਦੀ ਸਾਰੀ ਫਸਲ ਗਾਜ਼ਾ ਤੱਕ ਦੇ ਇਲਾਕੇ ਤੱਕ ਪੱਕਣ ਤੋਂ ਪਹਿਲਾਂ ਹੀ ਉਜਾੜ ਦਿੰਦੇ ਸਨ। ਉਹ ਇਸਰਾਇਲੀਆਂ ਦੇ ਜੀਵਨ ਦੇ ਸਾਰੇ ਆਸਰੇ ਅਰਥਾਤ ਭੇਡਾਂ, ਪਸ਼ੂ ਅਤੇ ਗਧਿਆਂ ਨੂੰ ਲੁੱਟ ਕੇ ਲੈ ਜਾਂਦੇ ਸਨ। ਉਹ ਪਿੱਛੇ ਕੁਝ ਨਹੀਂ ਰਹਿਣ ਦਿੰਦੇ ਸਨ। ਉਹ ਆਪਣੇ ਅਣਗਿਣਤ ਮਾਲ, ਡੰਗਰ ਅਤੇ ਊਠਾਂ ਸਮੇਤ ਆਉਂਦੇ ਸਨ ਅਤੇ ਠੀਕ ਟਿੱਡੀ ਦਲ ਵਾਂਗ ਸਾਰੀ ਧਰਤੀ ਉੱਤੇ ਛਾ ਕੇ ਉਸ ਨੂੰ ਉਜਾੜ ਦਿੰਦੇ ਸਨ। ਇਸਰਾਇਲੀ ਲੋਕ ਉਹਨਾਂ ਦੇ ਅੱਗੇ ਬਹੁਤ ਹੀ ਕਮਜ਼ੋਰ ਸਿੱਧ ਹੁੰਦੇ ਸਨ। ਸੋ ਇਸ ਸਮੇਂ ਇਸਰਾਇਲ ਨੇ ਫਿਰ ਪ੍ਰਭੂ ਅੱਗੇ ਦੁਹਾਈ ਦਿੱਤੀ। ਪ੍ਰਭੂ ਨੇ ਇਸਰਾਇਲੀਆਂ ਦੀ ਦੁਹਾਈ ਸੁਣੀ ਅਤੇ ਉਸਨੇ ਉਹਨਾਂ ਕੋਲ ਇੱਕ ਨਬੀ ਘੱਲ ਕੇ ਉਹਨਾਂ ਨੂੰ ਕਿਹਾ, ਇਸਰਾਇਲ ਦੇ ਪ੍ਰਭੂ ਪਰਮੇਸ਼ਰ ਨੇ ਇਹ ਕਿਹਾ ਹੈ, ਮੈਂ ਤੁਹਾਨੂੰ ਮਿਸਰ ਦੇਸ਼ ਦੀ ਗੁਲਾਮੀ ਤੋਂ ਛੁਡਾ ਕੇ ਲਿਆਇਆ ਸਾਂ। ਮੈਂ ਤੁਹਾਨੂੰ ਮਿਸਰੀਆਂ ਅਤੇ ਬਾਕੀ ਸਭ ਦੇ ਅਤਿਆਚਾਰ ਤੋਂ ਬਚਾਇਆ ਤੇ ਤੁਹਾਡੇ ਸਾਹਮਣੇ ਉਹਨਾਂ ਸਭ ਨੂੰ ਕੱਢ ਕੇ ਉਹਨਾਂ ਦੀ ਧਰਤੀ ਤੁਹਾਨੂੰ ਦੇ ਦਿੱਤੀ। ਤਦ ਮੈਂ ਤੁਹਾਨੂੰ ਕਿਹਾ ਸੀ, ਮੈਂ ਪ੍ਰਭੂ ਤੁਹਾਡਾ ਪਰਮੇਸ਼ਰ ਹਾਂ। ਤੁਸੀਂ ਕਿਸੇ ਅਮੋਰੀ ਦੇਵਤੇ ਦੀ ਪੂਜਾ ਨਾ ਕਰਨਾ ਜਿਨ੍ਹਾਂ ਦੀ ਧਰਤੀ ਤੇ ਤੁਸੀਂ ਰਹਿ ਰਹੇ ਹੋ। ਪਰ ਤੁਸੀਂ ਮੇਰੀ ਆਗਿਆ ਨਹੀਂ ਮੰਨੀ। ਤਦ ਪ੍ਰਭੂ ਦਾ ਇੱਕ ਸਵਰਗਦੂਤ ਆ ਕੇ ਆਫਰਾ ਦੇ ਪਿੰਡ ਕੋਲ ਇੱਕ ਬਲੂਤ ਦੇ ਰੁੱਖ ਹੇਠ ਬੈਠ ਗਿਆ। ਇਹ ਰੁੱਖ ਯੋਆਸ ਅਬੀਅਜ਼ਰੀ ਦਾ ਸੀ, ਜਿਸ ਦਾ ਪੁੱਤਰ ਗਿਦੌਨ ਲੁਕ ਕੇ ਇਹ ਅੰਗੂਰਾਂ ਦੇ ਰਸ ਦੇ ਚਵੱਚੇ ਵਿੱਚ ਆਪਣੀ ਕਣਕ ਛੱਟ ਰਿਹਾ ਸੀ।
ਉਹ ਚਵੱਚੇ ਵਿੱਚ ਮਿਦਿਆਨੀ ਲੋਕਾਂ ਦੇ ਡਰ ਕਰਕੇ ਬੈਠਾ ਹੋਇਆ ਸੀ। ਪ੍ਰਭੂ ਦੇ ਸਵਰਗਦੂਤ ਨੇ ਉਸ ਨੂੰ ਦਰਸ਼ਨ ਦੇ ਕੇ ਕਿਹਾ, ਹੇ ਬਲੀ ਮਨੁੱਖ, ਪ੍ਰਭੂ ਤੇਰੇ ਨਾਲ ਹੈ। ਗਿਦੌਨ ਨੇ ਸਵਰਗਦੂਤ ਨੂੰ ਕਿਹਾ, ਸ਼੍ਰੀਮਾਨ ਜੀ, ਕੀ ਮੈਂ ਇੱਕ ਗੱਲ ਤੁਹਾਡੇ ਤੋਂ ਪੁੱਛ ਸਕਦਾ ਹਾਂ? ਜੇਕਰ ਪ੍ਰਭੂ ਸੱਚਮੁੱਚ ਸਾਡੇ ਨਾਲ ਹੈ ਤਾਂ ਫਿਰ ਇਹ ਸਭ ਮੁਸੀਬਤਾਂ ਸਾਡੇ ਉੱਤੇ ਕਿਉਂ ਆ ਪਈਆਂ ਹਨ? ਸਾਡੇ ਪੁਰਖੇ ਤਾਂ ਬਹੁਤ ਅਦਭੁਤ ਗੱਲਾਂ ਸਾਨੂੰ ਦੱਸਦੇ ਸਨ। ਕੀ ਪ੍ਰਭੂ ਸੱਚਮੁੱਚ ਸਾਨੂੰ ਮਿਸਰ ਤੋਂ ਕੱਢ ਕੇ ਲਿਆਇਆ ਸੀ? ਫਿਰ ਉਸਨੇ ਕਿਉਂ ਸਾਨੂੰ ਛੱਡ ਦਿੱਤਾ ਅਤੇ ਮਿਦਿਆਨੀ ਲੋਕਾਂ ਦੇ ਅਧੀਨ ਕਰ ਦਿੱਤਾ? ਬੜੇ ਸੁਣੇ ਜਾਣ ਤੇ ਸ਼ੀਸ਼। ਬਹੁਤ ਹੀ ਅਮੇਜ਼ਿੰਗ ਕੁਐਸਚਨ ਇਸ ਬੰਦੇ ਨੇ ਪੁੱਛਿਆ, ਬਹੁਤ ਹੀ ਅਮੇਜ਼ਿੰਗ ਕੁਐਸਚਨ ਪੁੱਛਿਆ। ਲੇਕਿਨ ਅਸੀਂ ਜਿਹੜੇ ਅੱਜ ਇਹ 15 ਜਾਣੇ ਜੁੜੇ ਆ, ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਪ੍ਰਭੂ ਦੇ ਵਿੱਚ ਅਸੀਂ ਕਿੰਨੇ ਬਲੀ ਆ। ਅਸੀਂ ਸਾਰੇ ਦੇ ਸਾਰੇ ਉਸ ਚਵੱਚੇ ਦੇ ਵਿੱਚ ਬੈਠ ਕੇ, ਤੁਹਾਨੂੰ ਪਤਾ ਚਵੱਚੇ ਦੇ ਵਿੱਚ ਬੈਠ ਕੇ ਕੌਣ ਕਣਕ ਛੱਡਦਾ? ਕਿਹੜਾ ਬੇਵਕੂਫ ਜਿਹੜਾ ਕਣਕ ਛੱਡਦਾ? ਉੱਥੇ ਨਾ ਹਵਾ ਨਾ ਕੁਛ ਹੋਰ। ਲੇਕਿਨ ਇੱਥੇ ਇਸ ਚੀਜ਼ ਨੂੰ ਉਸਨੇ ਦਿਖਾਇਆ ਕਿ ਉਹ ਕੌਮ ਜਿਸ ਨੂੰ ਦੇਖ ਕੇ ਦੂਜੀਆਂ ਕੌਮਾਂ ਡਰ ਕੇ ਲੁਕ ਜਾਂਦੀਆਂ ਸੀ, ਅੱਜ ਉਹਨਾਂ ਨੂੰ ਪਹਾੜਾਂ ਦੀਆਂ ਖੁੰਦਰਾਂ ਦੇ ਵਿੱਚ ਲੁਕਣਾ ਪੈ ਰਿਹਾ। ਕਿਉਂ? ਕਿਉਂਕਿ ਉਹਨਾਂ ਨੇ ਕੰਪਰੋਮਾਈਜ਼ ਕੀਤਾ। ਅਸੀਂ ਉਸ ਸਮੇਂ ਦੇ ਵਿੱਚ ਜੀ ਰਹੇ ਹਾਂ। ਸਾਡੇ ਵਿੱਚ ਬਹੁਤ ਮੂਵਮੈਂਟਸ ਆ ਚੁੱਕੀਆਂ, ਬਹੁਤ ਐਸੀਆਂ ਚੀਜ਼ਾਂ ਆ ਚੁੱਕੀਆਂ ਕਿ ਲੋਕ ਪ੍ਰਭੂ ਦੇ ਵਚਨ ਤੋਂ ਦੂਰ ਹੋ ਚੁੱਕੇ। ਔਰ ਸਿਰਫ ਉਹਨਾਂ ਨੇ ਇਹ ਕਹਿੰਦੇ ਹੋਏ ਮੈਨੂੰ ਡਰ ਲੱਗਦਾ, ਪਰ ਇਹ ਸੱਚਾਈ ਆ। ਪਵਿੱਤਰ ਆਤਮਾ ਨੇ ਉਹਨਾਂ ਨੇ ਜਾਦੂਗਰ ਬਣਾ ਲਿਆ ਕਿ ਪਵਿੱਤਰ ਆਤਮਾ ਸਾਡੇ ਲਈ ਤਮਾਸ਼ੇ ਕਰਦਾ। ਸਾਨੂੰ ਇਸ ਚੀਜ਼ ਨੂੰ ਯਾਦ ਰੱਖਣਾ ਚਾਹੀਦਾ ਜਿਸ ਵੇਲੇ ਇਹ ਕਹਿ ਰਿਹਾ ਨਾ ਕਿ ਸਾਡੇ ਬਜ਼ੁਰਗ ਸਾਨੂੰ ਬਹੁਤ ਕੁਝ ਦੱਸਦੇ ਪਏ ਸੀ ਕਿ ਉਹ ਸਭ ਝੂਠ ਹੈ, ਕਿ ਉਹ ਸੱਚੀ ਸਾਨੂੰ ਮਿਸਰ ਚੋਂ ਕੱਢ ਕੇ ਲੈ ਕੇ ਆਏ। ਸਾਨੂੰ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਪ੍ਰਭੂ ਪਰਮੇਸ਼ਵਰ ਦੇ ਨਾਲ ਇਸ ਤਰ੍ਹਾਂ ਨਾ ਕਰੀਏ। ਜੇ ਪ੍ਰਭੂ ਸਾਨੂੰ ਇੰਤਜ਼ਾਰ ਕਰਨ ਦੇ ਲਈ ਕਹਿ ਰਿਹਾ ਤੇ ਅਸੀਂ ਇੰਤਜ਼ਾਰ ਕਰਨਾ ਸਿੱਖੀਏ। ਜੇ ਪ੍ਰਭੂ ਪਰਮੇਸ਼ਵਰ ਸਾਡੇ ਤੇ ਦਇਆ ਕਰ ਰਿਹਾ ਤੇ ਅਸੀਂ ਸ਼ੁਕਰਗੁਜ਼ਾਰੀ ਕਰਨਾ ਸਿੱਖੀਏ। ਮੈਂ ਅੱਜ ਇੱਕ ਸ਼ੋਅ ਦੇਖਦਾ ਪਿਆ ਸੀ ਔਰ ਉਸਦੇ ਵਿੱਚ ਉਹ ਗੱਲ ਕਰਦੇ ਪਏ ਸੀ ਕਿ ਕਿਸ ਤਰ੍ਹਾਂ ਪਾਕਿਸਤਾਨ ਦਾ ਸ਼ੋਅ ਸੀ ਕਿ ਕਿਸ ਤਰ੍ਹਾਂ ਸਾਡਾ ਜਿਹੜਾ ਬੌਸ ਸਾਨੂੰ ਨਮਾਜ਼ ਪੜ੍ਹਨ ਦੇ ਲਈ ਟਾਈਮ ਦਿੰਦਾ ਔਰ ਕਿਸ ਤਰ੍ਹਾਂ ਉਹ ਜਿਸ ਨੂੰ ਵੀ ਉਹ ਮੰਨਦੇ, ਅੱਲਾਹ ਨੂੰ ਮੰਨਦੇ, ਜੋ ਮਰਜੀ, ਉਹ ਆਪਣੀ ਨਮਾਜ਼ ਸਾਰਿਆਂ ਦੇ ਸਾਹਮਣੇ ਪੜ੍ਹਦੇ ਪਏ। ਉਸ ਦੇ ਵਿੱਚ ਉਹ ਬੇਸਿਕਲੀ ਹੀ ਕਹਿੰਦੇ ਕਿ ਅਸੀਂ ਪਾਪੀ ਇਨਸਾਨ ਹਾਂ ਔਰ ਤੇਰੀ ਦਇਆ ਜਿਹੜੀ ਸਾਡੇ ਕੰਮਾਂ ਦੇ ਕਰਕੇ ਸਾਨੂੰ ਬਚਾਏ। ਸੋ ਸਾਨੂੰ ਵਧੀਆ ਕੰਮ ਕਰਨ ਦੇ, ਉਹੀ ਕੰਮਾਂ ਦੀ ਥਿਊਰੀ ਕਿ ਸਾਨੂੰ ਵਧੀਆ ਕੰਮ ਕਰਨ ਦੇ ਵਿੱਚ ਸਾਨੂੰ ਤਾਕਤ ਹੈ। ਦੈਟਸ ਬੇਸਿਕਲੀ ਨਮਾਜ਼। ਕਿ ਅਸੀਂ ਆਪਣੇ ਭੈਣ ਭਰਾ ਦੇ ਲਈ ਗੁਨਾਹ ਨਾ ਕਰੀਏ, ਅਸੀਂ ਆਹ ਨਾ ਕਰੀਏ, ਅਸੀਂ ਉਹ ਨਾ ਕਰੀਏ। ਪਰ ਮੈਂ ਅਮੇਜ਼ ਸੀਗਾ ਕਿ ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਆਪ ਪ੍ਰਭੂ ਦੇ ਅੱਗੇ ਜਾਣਾ ਛੱਡ ਦਿੱਤਾ ਔਰ ਅਸੀਂ ਬੇਸਿਕਲੀ ਪਾਦਰੀਆਂ ਨੂੰ ਦੇਵੀ ਦੇਵਤੇ ਬਣਾ ਲਿਆ। ਇੱਕ ਬੰਦਾ ਚਵੱਚੇ ਦੇ ਵਿੱਚ ਬੈਠ ਕੇ ਕਣਕ ਛੱਟ ਰਿਹਾ ਔਰ ਉਸਨੂੰ ਪ੍ਰਭੂ ਕਹਿ ਰਿਹਾ, ਹੇ ਪਰਮੇਸ਼ਵਰ ਦੇ ਬਲੀ ਮਨੁੱਖ। ਇੱਥੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ। ਤੁਹਾਨੂੰ ਸਾਰਿਆਂ ਨੂੰ ਇਹ ਸਟੋਰੀਆਂ ਪਤਾ, ਅਸੀਂ ਪੜ੍ਹਦੇ ਹਾਂ, ਸਾਰੇ ਕ੍ਰਿਸਚੀਅਨ ਆ, ਸਾਡੇ 'ਚ ਕੋਈ ਵੀ ਨਾਨ ਕ੍ਰਿਸਚੀਅਨ ਨਹੀਂ ਗਾ।
ਅਸੀਂ ਕਿਹੜਾ ਆ, ਕਿਉਂ ਅਸੀਂ ਚਵੱਚਿਆਂ ਦੇ ਵਿੱਚ ਬੈਠੇ ਹਾਂ। ਔਰ ਉਹ ਕਹਿ ਰਿਹਾ, ਹੇ ਪਰਮੇਸ਼ਰ ਦੇ ਬਲੀ, ਕਿਹੜਾ ਬਲ ਆ ਜਿਹੜਾ ਅਸੀਂ ਚਵੱਚੇ ਦੇ ਵਿੱਚ ਲੈ ਕੇ ਬੈਠੇ ਹਾਂ। That's the main thing. ਜਿਸ ਦਿਨ ਪ੍ਰਭੂ ਦਾ ਬੰਦਾ, ਪ੍ਰਭੂ ਦਾ ਬੱਚਾ, ਪ੍ਰਭੂ ਦੀ ਬੇਟੀ ਆਪਣਾ ਬਲ ਨੂੰ ਸਮਝ ਜਾਏਗੀ ਜੋ ਪ੍ਰਭੂ ਦੇ ਵਿੱਚ ਉਸ ਨੂੰ ਮਿਲਿਆ, ਔਰ ਉਸ ਨੂੰ ਨਮਰਤਾ ਦੇ ਨਾਲ ਵਰਤੇਗਾ, ਇਸ ਦੁਨੀਆ ਦਾ ਨਕਸ਼ਾ ਬਦਲ ਜਾਏਗਾ। ਇਸ ਦੁਨੀਆ ਦਾ ਨਕਸ਼ਾ ਬਦਲ ਜਾਏਗਾ। ਮੇਰੇ ਤੇ ਬਹੁਤ ਸਾਰੇ ਇਲਜ਼ਾਮ ਲੱਗਦੇ, and I take them with grace. They're good. It's okay. ਲੇਕਿਨ ਉਸ ਦੇ ਵਿੱਚ ਇੱਕ ਇਹ ਇਲਜ਼ਾਮ ਆ ਕਿ ਮੈਂ ਜਿਸ ਮਨੁੱਖ ਤੋਂ ਸਿੱਖਿਆ ਮੈਂ ਉਹਦੀ ਪ੍ਰਸਤਸ਼ ਨਹੀਂ ਕਰਦਾ। I'll never do it. ਕਿਉਂਕਿ ਮੈਂ ਉਹਦੀਆਂ ਖਾਮੀਆਂ ਵੀ ਦੇਖੀਆਂ, ਮੈਂ ਉਹਦੀਆਂ ਗੁੱਡ ਚੀਜ਼ਾਂ ਵੀ ਦੇਖੀਆਂ, ਮੈਂ ਉਹਦੀਆਂ ਖਾਮੀਆਂ। He's a man. And he's a sinful man. And so am I. So am I. ਉਹ ਵੀ ਪਾਪੀ ਆ, ਮੈਂ ਵੀ ਪਾਪੀ। ਔਰ ਉੱਥੋਂ ਸਾਡੀ ਸਰਚ ਜਿਹੜੀ ਸ਼ੁਰੂ ਹੁੰਦੀ ਆ, who is God? ਜਿਵੇਂ ਅਸੀਂ ਇਹ ਦੇਖ ਲੈਂਦੇ ਆ ਕਿ ਨਹੀਂ, ਔਰ ਉਸ ਚੀਜ਼ ਨੂੰ ਅਸੀਂ ਓਵਰਕਮ ਕਰ ਜਾਂਦੇ ਆ ਕਿ ਜਿਹੜਾ ਪ੍ਰਭੂ ਆ ਉਹ ਇਸ ਤੋਂ ਅੱਗੇ ਆ, ਫਿਰ ਸਾਡੀ ਪ੍ਰਭੂ ਦੀ ਭਾਲ ਸ਼ੁਰੂ ਹੁੰਦੀ ਆ। ਔਰ ਗਿਦਾਉਣ ਦੇ ਨਾਲ ਉਹੀ ਹੋ ਰਿਹਾ। ਉਹ ਚਵੱਚੇ ਦੇ ਵਿੱਚ ਬੈਠਾ ਆ, ਉਹ ਡਰਪੋਕ ਆ, ਔਰ ਪ੍ਰਭੂ ਉਸ ਨੂੰ ਆਵਾਜ਼ ਜਿਹੜੀ ਦੇ ਰਿਹਾ, ਜਿਹੜਾ ਉਹਦੇ ਅੰਦਰ ਪ੍ਰਭੂ ਨੇ ਬਲ ਪਾਇਆ, ਉਹਨੂੰ ਆਵਾਜ਼ ਦੇ ਰਿਹਾ, ਹੋਰ ਕਿਸੇ ਨੂੰ ਨਹੀਂ ਦੇ ਰਿਹਾ। ਪਰ ਇੱਥੇ ਪ੍ਰਭੂ ਉਹੀ ਆਵਾਜ਼ ਸਾਨੂੰ ਦੇ ਰਿਹਾ, ਹੇ ਪ੍ਰਭੂ ਦੇ ਬਲੀ ਮਨੁੱਖ। ਔਰ ਉਹ ਕਹਿ ਰਿਹਾ ਕਿ ਉਹ ਆਲੇ ਦੁਆਲੇ ਦੇਖ ਰਿਹਾ ਕਿ ਕਿਹੜਾ ਬਲੀ, ਕਿਹੜੇ ਬਲ, ਕਿਹਨੂੰ ਬਲੀ ਕਹਿ ਰਿਹਾ ਹੈ। ਮੈਂ ਤਾਂ ਪਹਾੜ ਦੇ ਵਿੱਚ ਬੈਠਾ ਹਾਂ, ਮੈਂ ਤਾਂ ਇੱਥੇ ਚਵੱਚੇ ਵਿੱਚ ਬੈਠਾ ਹਾਂ, ਔਰ ਮੈਂ ਤਾਂ ਇੱਥੇ ਚਵੱਚੇ ਵਿੱਚ ਬੈਠ ਕੇ ਦੇਖਦਾ ਪਿਆ, ਮੈਂ ਤਾਂ ਡਰਿਆ ਪਿਆ। ਮਿਦਿਆਨੀ ਲੋਕਾਂ ਨੇ ਸਾਡੇ ਤੇ ਹਮਲਾ ਕੀਤਾ ਆ, ਉਹ ਸਾਡੀ ਹਰ ਫਸਲ ਤੇ ਆਉਂਦੇ ਆ, ਉਹ ਸਾਡੀ ਹਾੜੀ ਤੇ ਆਉਂਦੇ ਆ, ਸੌਣੀ ਤੇ ਆਉਂਦੇ ਆ, ਔਰ ਆ ਕੇ ਉਹ ਸਾਡੀਆਂ ਫਸਲਾਂ ਤਬਾਹ ਕਰ ਜਾਂਦੇ, ਉਹ ਸਾਡੇ ਜਾਨਵਰ ਚੁੱਕ ਕੇ ਲੈ ਜਾਂਦੇ। ਅਸੀਂ ਤਾਂ ਭੁੱਖ ਦੇ ਨਾਲ ਮਰਦੇ ਪਏ, ਬਾਕੀ ਤਾਂ ਚੀਜ਼ਾਂ ਛੱਡੋ। ਸਾਡੇ ਚ ਕਿਹੜਾ ਬਲੀ ਹੈ? ਕਿਹੜੇ ਬਲੀ ਨੂੰ ਇਹ ਬੁਲਾ ਰਿਹਾ? ਕਿਹੜੇ ਬਲੀ ਨੂੰ ਬੁਲਾ ਰਿਹਾ? ਲੇਕਿਨ ਹੁਣ ਅਸੀਂ ਦੇਖਾਂਗੇ ਪ੍ਰਭੂ ਨੇ ਉਸ ਨੂੰ ਜੰਗ ਦੇ ਲਈ ਤਿਆਰ ਕਰਨਾ, ਔਰ ਕਿੱਦਾਂ ਕਰਨਾ। ਅੱਛਾ ਬ੍ਰਦਰ ਜੀ, ਹੁਣ ਤੁਸੀਂ ਪੜ੍ਹਨਾ 14 ਆਇਤ ਤੋਂ ਲੈ ਕੇ ਅਸੀਂ ਜਾਵਾਂਗੇ ਇਸ ਦੀ 27 ਆਇਤ ਤੱਕ। ਓਕੇ ਪਾਸਟਰ ਜੀ, ਥੈਂਕ ਯੂ। ਤਦ ਪ੍ਰਭੂ ਨੇ ਗਿਦੌਨ ਨੂੰ ਆਗਿਆ ਦਿੱਤੀ, ਤੂੰ ਆਪਣੇ ਇਸ ਵੱਡੇ ਬਲ ਨਾਲ ਜਾ ਅਤੇ ਇਸਰਾਏਲੀਆਂ ਨੂੰ ਮਿਦਿਆਨੀ ਲੋਕਾਂ ਦੇ ਹੱਥੋਂ ਬਚਾ, ਮੈਂ ਆਪ ਤੈਨੂੰ ਘੱਲ ਰਿਹਾ ਹਾਂ। ਗਿਦੌਨ ਨੇ ਉੱਤਰ ਦਿੱਤਾ, ਮੈਂ ਇਹ ਸਭ ਕਿਸ ਤਰ੍ਹਾਂ ਕਰ ਸਕਦਾ ਹਾਂ? ਮੇਰੀ ਕੁੱਲ ਮਨੱਸ਼ਾ ਦੇ ਕਬੀਲੇ ਵਿੱਚ ਸਭ ਤੋਂ ਮਾੜੀ ਅਤੇ ਮੈਂ ਆਪਣੇ ਟੱਬਰ ਵਿੱਚ ਸਭ ਤੋਂ ਛੋਟਾ ਹਾਂ। ਪ੍ਰਭੂ ਨੇ ਉਸ ਨੂੰ ਕਿਹਾ, ਮੈਂ ਤੇਰੇ ਨਾਲ ਹੋ ਕੇ ਤੇਰੀ ਮਦਦ ਕਰਾਂਗਾ। ਤੂੰ ਮਿਦਿਆਨੀਆਂ ਨੂੰ ਇਸ ਤਰ੍ਹਾਂ ਮਾਰੇਗਾ ਜਿਸ ਤਰ੍ਹਾਂ ਕਿ ਉਹ ਇੱਕ ਹੀ ਆਦਮੀ ਹੋਣ। ਗਿਦੌਨ ਨੇ ਕਿਹਾ, ਜੇਕਰ ਸੱਚਮੁੱਚ ਤੇਰੀ ਮੇਰੇ ਉੱਤੇ ਕਿਰਪਾ ਹੈ ਤਾਂ ਮੈਨੂੰ ਆਪਣੇ ਪ੍ਰਭੂ ਹੋਣ ਦਾ ਕੋਈ ਚਿੰਨ੍ਹ ਦਿਖਾ। ਕਿਰਪਾ ਕਰਕੇ ਉਸ ਸਮੇਂ ਤੱਕ ਇੱਥੋਂ ਨਾ ਜਾਣਾ ਜਦੋਂ ਤੱਕ ਮੈਂ ਜਾ ਕੇ ਆਪਣੀ ਅਨਾਜ ਦੀ ਭੇਟ ਲਿਆ ਕੇ ਤੇਰੇ ਅੱਗੇ ਨਾ ਰੱਖ ਲਵਾਂ। ਉਸਨੇ ਕਿਹਾ, ਠੀਕ ਹੈ, ਤੇਰੇ ਵਾਪਸ ਆਉਣ ਤੱਕ ਮੈਂ ਇੱਥੇ ਹੀ ਰਹਾਂਗਾ। ਸੋ ਗਿਦੌਨ ਨੇ ਘਰ ਜਾ ਕੇ ਇੱਕ ਲੇਲਾ ਬਣਾਇਆ ਅਤੇ 10 ਕਿਲੋ ਆਟਾ ਲੈ ਕੇ ਉਸ ਦੀਆਂ ਰੋਟੀਆਂ ਬਣਾਈਆਂ। ਉਸਨੇ ਮਾਂਸ ਇੱਕ ਟੋਕਰੀ ਵਿੱਚ ਰੱਖ ਲਿਆ ਅਤੇ ਸ਼ੋਰਬਾ ਇੱਕ ਪਤੀਲੇ ਵਿੱਚ ਪਾਇਆ। ਫਿਰ ਉਹ ਸਭ ਕੁਝ ਲੈ ਕੇ ਬਲੂਤ ਦੇ ਰੁੱਖ ਹੇਠ ਗਿਆ
ਅਤੇ ਪ੍ਰਭੂ ਦੇ ਸਵਰਗਦੂਤ ਦੇ ਅੱਗੇ ਰੱਖਿਆ। ਸਵਰਗਦੂਤ ਨੇ ਗਿਦੌਨ ਨੂੰ ਕਿਹਾ, ਮਾਂਸ ਅਤੇ ਰੋਟੀ ਇਸ ਚਟਾਨ ਉੱਤੇ ਰੱਖ ਕਿ ਉਸ ਉੱਤੇ ਸ਼ੋਰਬਾ ਡੋਲ ਦੇ। ਗਿਦੌਨ ਨੇ ਇਸੇ ਤਰ੍ਹਾਂ ਹੀ ਕੀਤਾ। ਤਦ ਸਵਰਗਦੂਤ ਨੇ ਆਪਣੇ ਹੱਥ ਵਿਚਲੀ ਸੋਟੀ ਦਾ ਸਿਰਾ ਉਸ ਮਾਂਸ ਅਤੇ ਸੋਟੀ ਨੂੰ ਛੂਹਿਆ। ਉਸ ਦੇ ਇਹ ਕਰਦਿਆਂ ਹੀ ਚਟਾਨ ਤੋਂ ਅੱਗ ਦੀ ਲਾਟ ਨਿਕਲੀ ਅਤੇ ਮਾਂਸ ਅਤੇ ਰੋਟੀ ਨੂੰ ਭਸਮ ਕਰ ਗਈ। ਫਿਰ ਸਵਰਗਦੂਤ ਉੱਥੋਂ ਚਲਾ ਗਿਆ। ਤਦ ਗਿਦੌਨ ਨੇ ਜਾਣਿਆ ਕਿ ਇਹ ਪ੍ਰਭੂ ਦਾ ਸਵਰਗਦੂਤ ਸੀ। ਇਸ ਲਈ ਉਸਨੇ ਕਿਹਾ, ਹੇ ਸਰਵ ਸ਼ਕਤੀਮਾਨ ਪ੍ਰਭੂ, ਮੈਂ ਤੇਰੇ ਸਵਰਗਦੂਤ ਦੇ ਆਮੋ ਸਾਹਮਣੇ ਦਰਸ਼ਨ ਕੀਤੇ ਹਨ। ਪਰ ਪ੍ਰਭੂ ਨੇ ਉਸ ਨੂੰ ਕਿਹਾ, ਤੈਨੂੰ ਸ਼ਾਂਤੀ ਮਿਲੇ, ਤੂੰ ਨਾ ਡਰ, ਤੂੰ ਮਰੇਗਾ ਨਹੀਂ। ਤਦ ਗਿਦੌਨ ਨੇ ਉਸੇ ਪ੍ਰਭੂ ਦੇ ਲਈ ਇੱਕ ਵੇਦੀ ਬਣਾਈ ਅਤੇ ਉਸ ਥਾਂ ਦਾ ਉੱਥੇ ਪ੍ਰਭੂ ਦੇ ਲਈ ਇੱਕ ਵੇਦੀ ਬਣਾਈ ਅਤੇ ਉਸ ਥਾਂ ਦਾ ਨਾਂ ਪ੍ਰਭੂ ਸ਼ਾਂਤੀ ਹੈ ਰੱਖਿਆ। ਇਹ ਵੇਦੀ ਅੱਜ ਤੱਕ ਆਫਰਾ ਦੀ ਥਾਂ ਤੇ ਹੈ। ਆਫਰਾ ਅਬੀਅਜਰੀ ਜਾਤ ਦੇ ਲੋਕਾਂ ਦਾ ਇਲਾਕਾ ਹੈ। ਉਹ ਰਾਤ ਪ੍ਰਭੂ ਨੇ ਗਿਦੌਨ ਨੂੰ ਕਿਹਾ, ਤੂੰ ਆਪਣੇ ਪਿਓ ਦਾ ਇੱਕ ਬਲਦ ਲੈ ਅਤੇ 7 ਸਾਲ ਦੀ ਉਮਰ ਦਾ ਇੱਕ ਦੂਜਾ ਬਲਦ ਵੀ ਉਸ ਦੇ ਨਾਲ ਲੈ। ਤੂੰ ਆਪਣੇ ਪਿਓ ਦੀ ਬਾਲ ਦੇਵਤੇ ਦੀ ਵੇਦੀ ਢਾਹ ਸੁੱਟ ਅਤੇ ਅਸ਼ੇਰਾ ਦੇਵੀ ਦਾ ਲੱਕੜੀ ਦਾ ਚਿੰਨ੍ਹ ਵੀ ਖਤਮ ਕਰ ਦੇ। ਤਾਂ ਤੂੰ ਇਸ ਢੇਰ ਉੱਤੇ ਆਪਣੇ ਪ੍ਰਭੂ ਪਰਮੇਸ਼ਰ ਦੇ ਲਈ ਇੱਕ ਵੇਦੀ ਬਣਾ ਕੇ ਉਸ ਉੱਤੇ ਦੂਜੇ ਬਲਦ ਦੀ ਉਸ ਲੱਕੜੀ ਦੇ ਨਾਲ ਹੋਮ ਬਲੀ ਚੜਾ ਜੋ ਤੂੰ ਅਸ਼ੇਰਾ ਦੇਵੀ ਦੀ ਲੱਕੜੀ ਦੇ ਚਿੰਨ੍ਹ ਨੂੰ ਖਤਮ ਕਰਕੇ ਵੱਢੀ ਹੈ। ਸੋ ਗਿਦੌਨ ਨੇ ਆਪਣੇ 10 ਨੌਕਰਾਂ ਨੂੰ ਨਾਲ ਲੈ ਕੇ ਪ੍ਰਭੂ ਦੇ ਕਹੇ ਅਨੁਸਾਰ ਸਭ ਕੁਝ ਕੀਤਾ। ਉਸਨੇ ਇਹ ਕੰਮ ਰਾਤ ਦੇ ਵੇਲੇ ਕੀਤਾ ਕਿਉਂਕਿ ਉਹ ਆਪਣੇ ਟੱਬਰ ਅਤੇ ਨਗਰ ਦੇ ਲੋਕਾਂ ਤੋਂ ਡਰਦਾ ਸੀ। ਆਮੇਨ। ਇਸ ਦੇ ਵਿੱਚ ਜਿਹੜੀ ਸਭ ਤੋਂ ਮੇਨ ਚੀਜ਼ ਪਤਾ ਕੀ ਆ, ਉਹ ਹੈਗੀ ਹੈ ਜਿਸ ਲਈ ਆਪਾਂ 19 ਤੋਂ ਲੈ ਕੇ ਤੇ ਅਸੀਂ 22 ਆਇਤ ਤੱਕ ਦੇਖਦੇ ਹਾਂ। ਸਾਨੂੰ ਪਤਾ ਕਿ ਪ੍ਰਭੂ ਨੇ ਉਸ ਸਵਰਗਦੂਤ ਨੇ ਇਹ ਚੀਜ਼ ਕਿਉਂ ਕਹੀ ਕਿ ਸਭ ਕੁਝ ਲਿਆ ਕੇ ਇਸ ਚਟਾਨ ਦੇ ਉੱਤੇ ਰੱਖ। ਕਿਸ ਚਟਾਨ ਦੀ ਉਹ ਗੱਲ ਕਰਦਾ ਪਿਆ? ਕਿਹੜੀ ਹੈ ਉਹ ਚਟਾਨ? ਸੋ ਅਗਰ ਤੁਸੀਂ ਇੱਥੇ ਲਿਖਣਾ ਮੰਗਦੇ ਆ ਤੇ ਤੁਸੀਂ ਲਿਖ ਸਕਦੇ ਆ 1 ਕੁਰਿੰਥਸ ਉਸ ਦਾ 10ਵਾਂ ਭਾਵ 1 ਤੋਂ ਲੈ ਕੇ 5 ਆਇਤ। 1 ਕੁਰਿੰਥਸ ਉਸ ਦਾ 10ਵਾਂ ਭਾਵ ਉਸ ਦੀ 1 ਆਇਤ ਤੋਂ ਲੈ ਕੇ 5 ਆਇਤ ਤੱਕ। ਸੋ ਉਸਨੇ ਸਵਰਗਦੂਤ ਨੂੰ ਕਿਹਾ ਕਿ ਤੂੰ ਇੱਥੋਂ ਜਾਈ ਨਾ, ਜਿੰਨੀ ਦੇਰ ਤੱਕ ਮੈਂ ਭੇਂਟ ਤੇਰੇ ਲਈ ਨਾ ਲੈ ਕੇ ਆਵਾਂ। ਔਰ ਸਵਰਗਦੂਤ ਨੂੰ ਇਸ ਚੀਜ਼ ਦਾ ਪਤਾ ਕਿ ਮੈਂ ਕੋਈ ਭੇਂਟ ਸਵੀਕਾਰ ਨਹੀਂ ਕਰ ਸਕਦਾ ਕਿਉਂਕਿ ਮੈਂ ਸਿਰਫ ਇੱਕ ਸਵਰਗਦੂਤ ਹਾਂ। ਭੇਂਟ ਮੇਰੇ ਮੋੜੇ ਨਹੀਂ ਚੜਾਈ ਜਾ ਸਕਦੀ। ਜਿਹੜੀਆਂ ਭੇਂਟਾਂ ਇਹ ਬਾਲ ਦੇਵਤਾ ਜਾਂ ਅਸੀਂ ਦੇਵੀ ਦੇਵਤੇ, ਚਾਹੇ ਉਹ ਜਿੱਥੇ ਮਰਜੀ ਹੋਣ, ਜਿਹੜੀ ਮਰਜੀ ਦੁਨੀਆ ਦੇ ਹਿੱਸੇ ਦੇ ਵਿੱਚ ਦੇਵੀ ਦੇਵਤੇ ਹੋਣ, ਜਿਹੜੇ ਇਹਨਾਂ ਭੇਂਟਾਂ ਨੂੰ ਸਵੀਕਾਰ ਕਰਦੇ ਆ, ਉਹ ਸਭ ਸ਼ੈਤਾਨ ਦੇ ਵੱਲੋਂ, nothing else। ਪ੍ਰਭੂ ਦੇ ਵੱਲੋਂ ਘੱਲਿਆ ਗਿਆ ਦੇਵਤਾ ਕਦੀ ਭੇਂਟ ਸਵੀਕਾਰ ਨਹੀਂ ਕਰੇਗਾ। ਉਹ ਕਦੀ ਵੀ ਪ੍ਰਣਾਮ ਸਵੀਕਾਰ ਨਹੀਂ ਕਰੇਗਾ। ਉਹ ਕਦੀ ਵੀ ਝੁੱਕ ਕੇ ਜਿਸਲੇ ਕੋਈ ਬੰਦਾ ਉਸ ਨੂੰ ਪ੍ਰਣਾਮ ਕਰੇਗਾ ਤਾਂ ਉਹ ਕਹੇਗਾ ਭਾਈ ਹਾਂ ਕੰਮ ਮੇਰੇ ਨਾਲ ਨਾ ਕਰ। ਉਹ ਕਦੀ ਸਵੀਕਾਰ ਨਹੀਂ ਕਰੇਗਾ। तो उसने क्या कि अच्छा तू जा भेंट लैके आने मंगदा, आ जा लिया। वो भेंट लैके आया, उसने कहा इस चट्टान दे उत्ते रख ले। कौन आ चट्टान? असी पिछले संडे उस चट्टान दे उत्ते मैसेज देखते पे सके। अगले संडे उस चट्टान दे मैसेज नूं कंप्लीट करना।
किस चट्टान की गल हो रही है? मेरे नाल पहला कुरिन्थस उसका 10वां भाव, पहला कुरिन्थस उसका 10वां भाव, पन्ना है 306। हाँ जी, और जिसनों मिल जाए ये इसनों 1 ਤੋਂ ਲੈ ਕੇ 5 आयत तक इसनों पढ़े। और इसका बहुत ही इसका जो टाइटल भी आ वो बहुत ही राइट आ, मूर्ति पूजा तो बचो। मैं पढ़ देना पास्टर जी। हाँ जी, ਮੂਰਤੀ ਪੂਜਾ ਸੰਬੰਧੀ ਚੇਤਾਵਨੀ। ਭਰਾਵੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ, ਸਾਡੇ ਸਭ ਪੁਰਖਿਆਂ ਨੇ ਬੱਦਲ ਦੀ ਛਾਂ ਹੇਠਾਂ ਹੁੰਦਿਆਂ ਹੋਇਆਂ ਲਾਲ ਸਾਗਰ ਨੂੰ ਸਹੀ ਸਲਾਮਤ ਪਾਰ ਕੀਤਾ ਸੀ। ਉਸ ਸਮੇਂ ਉਹਨਾਂ ਸਭ ਨੇ ਬੱਦਲ ਅਤੇ ਸਾਗਰ ਵਿੱਚ ਮੂਸਾ ਦੇ ਪੈਰੋਕਾਰ ਹੋਣ ਦੇ ਨਾਤੇ ਬਪਤਿਸਮਾ ਲਿਆ। ਸਭ ਨੇ ਪਰਮੇਸ਼ਰ ਦਾ ਦੈਵੀ ਢੰਗ ਨਾਲ ਦਿੱਤਾ ਭੋਜਨ ਖਾਧਾ ਅਤੇ ਸਭ ਨੇ ਪਰਮੇਸ਼ਰ ਦਾ ਦੈਵੀ ਢੰਗ ਨਾਲ ਦਿੱਤਾ ਪਾਣੀ ਪੀਤਾ। ਉਹ ਉਸ ਅਚਰਜ ਚਟਾਨ ਵਿੱਚੋਂ ਪੀਂਦੇ ਸਨ ਜੋ ਉਹਨਾਂ ਦੇ ਨਾਲ ਚੱਲਦੀ ਸੀ। ਉਹ ਚਟਾਨ ਮਸੀਹ ਆਪ ਸਨ। ਪਰ ਇਹ ਵੀ ਉਹਨਾਂ ਵਿੱਚੋਂ ਬਹੁਤਿਆਂ ਤੋਂ ਪਰਮੇਸ਼ਰ ਖੁਸ਼ ਨਹੀਂ ਸੀ, ਇਸੇ ਲਈ ਉਹ ਮਾਰੂਥਲ ਵਿੱਚ ਹੀ ਮੌਤ ਦੇ ਮੂੰਹ ਵਿੱਚ ਚਲੇ ਗਏ। ਸੋ ਅਸੀਂ ਦੇਖਦੇ ਪਏ ਹਾਂ ਉਹ ਜਿਹੜਾ 40 ਸਾਲ ਦਾ ਚੱਕਰ ਉਸ ਦੀ ਕੋਲ ਗੱਲ ਕਰਦਾ ਪਿਆ। ਲੇਕਿਨ ਜਿਹੜੀ ਇਸ ਦੇ ਵਿੱਚ ਮੇਨ ਚੀਜ਼ ਆ ਕਿ ਉਹ ਚਟਾਨ ਕੌਣ? ਇਹ ਨਿੱਕੇ ਨਿੱਕੇ ਨੁਕਤੇ ਆ ਜਿਹੜੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਨਹੀਂ ਗੇ। ਸੋ ਇਸ ਚੈਪਟਰ ਦੇ ਵਿੱਚ ਮਸੀਹ ਕਿੱਥੇ ਆ? ਯਿਸੂ ਮਸੀਹ ਕਿੱਥੇ? ਅਸੀਂ ਦੇਖਦੇ ਪਏ ਹਾਂ ਕਿ ਫਰਿਸ਼ਤੇ ਨੇ ਕਿਹਾ ਕਿ ਸਾਰੀਆਂ ਚੀਜ਼ਾਂ ਉਸ ਚਟਾਨ ਦੇ ਉੱਤੇ ਰੱਖ ਦੇ। ਉਹਨੇ ਰੱਖ ਦਿੱਤੀਆਂ। ਸ਼ੋਰਬਾ ਉੱਤੇ ਡੋਲ ਦੇ, ਉਸਨੇ ਡੋਲਤਾ। ਸੋ ਬੇਸਿਕਲੀ ਜਿਸ ਤਰ੍ਹਾਂ ਅਸੀਂ ਹਿੰਦੁਸਤਾਨ ਦੇ ਵਿੱਚ ਖਾਣਾ ਪਕਾਉਂਦੇ ਆ ਨਾ, ਇੱਥੇ ਤਾਂ ਅਸੀਂ ਭੁੰਨਦੇ ਆ, ਭੁੰਨ ਕੇ ਸਾਰੀਆਂ ਅਸੀਂ ਗੋਰਿਆਂ ਦੇ ਤਰੀਕੇ ਦੇ ਨਾਲ ਚੀਜ਼ਾਂ ਬਣਾਉਂਦੇ ਆ। ਲੇਕਿਨ ਜਿਹੜਾ ਅਸੀਂ ਇੰਡੀਆ ਦੇ ਵਿੱਚ ਹਮੇਸ਼ਾ ਮੀਟ ਬਣਾਈਦਾ ਸੀ ਉਸਨੂੰ ਉਬਾਲੀਦਾ ਸੀ, ਔਰ ਜਿਸ ਲਈ ਉਬਲ ਕੇ ਟੁੱਟਣ ਲੱਗ ਪੈਂਦਾ ਸੀ, ਫਿਰ ਉਸਨੂੰ ਤੜਕਾ ਲਾਈਦਾ ਸੀ, ਉਸਨੂੰ ਪਹਿਲਾਂ ਨਹੀਂ ਸੀ ਭੁੰਨੀ। ਸੋ ਉਸਨੇ ਉਸ ਸ਼ੋਰਬੇ ਦੇ ਵਿੱਚ ਸਾਰੀਆਂ ਚੀਜ਼ਾਂ ਪਾ ਦਿੱਤੀਆਂ ਜਾਂਦੀਆਂ ਸੀ, ਔਰ ਉਹ ਆਪਣੀ ਫੈਟ ਦੇ ਵਿੱਚ ਉਹ ਕੁੱਕ ਹੁੰਦਾ ਸੀ। ਔਰ ਫਿਰ ਉਹ ਸ਼ੋਰਬੇ ਨੂੰ ਵੱਖਰਾ ਕਰ ਲੈਂਦੇ ਸੀ, ਮੀਟ ਨੂੰ ਵੱਖਰਾ ਕਰ ਦਿੰਦੇ ਸੀ, ਕਿਉਂਕਿ ਉਹਨਾਂ ਦੀ ਇਹ ਖਾਣ ਦਾ ਤਰੀਕਾ ਸੀ। ਫਿਰ ਚੌਲ ਬਣਾਉਂਦੇ ਸੀ, ਚੌਲਾਂ ਦੇ ਉੱਤੇ ਉਸ ਚੀਜ਼ ਨੂੰ ਰੱਖ ਦਿੰਦੇ, ਵਟਐਵਰ। ਸੋ ਇੱਥੇ ਉਸਨੇ ਆਟਾ ਲਿਆ, ਸਾਰੀਆਂ ਚੀਜ਼ਾਂ ਲਈਆਂ। ਜਿਸ ਲਈ ਉਹਦੇ ਕੋਲ ਆਇਆ ਕਿ ਆ ਮੈਂ ਲੈ ਕੇ ਆਇਆ, ਤਾਂ ਉਸਨੇ ਕਿਹਾ ਉਸ ਚਟਾਨ ਤੇ ਰੱਖ ਦੇ। ਸ਼ੋਰਬਾ ਕਹਿੰਦਾ ਉਹ ਉੱਤੇ ਡੋਲ ਦੇ। और प्रभु दी आग जो पवित्र आत्मा आप, वो आग आई, उसने सब कुछ कंज्यूम कर लिया, सब कुछ उसने साड़ दिया। और वो प्रभु ने वो उसकी दिती हुई, इत्थे असीं ये देखते पे हैं कि गिदौन ने वो प्रभु दे अगे बलि चढ़ाई है, और प्रभु ने स्वीकार की है। किस दी बलि? एक डरपोक, एक वो इंसान जिहड़ा सवाल करदा पिया ते प्रभु है भी कि नहीं। साडी हालत देखो, असीं चवच्चियां दे विच बैठ के कणक नूं छੱਟਦੇ पए आ, असीं पहाड़ां ਦੀਆਂ खुंदरां दे विच लुके पए आ। ਉਹ ਜਿਉਂਦਾ भी है कि नहीं? ਉਹ सचमुच सानूं मिस्र दे विचों कढ के लैके आया। और अपने दुखों के विच असीं कई बारी कह दिंदे आ, यू नो व्हाट, मैं प्रभु दे उत्ते सवाल कीता, यू नो व्हाट, प्रभु झल सकदा, प्रभु झल सकदा। इस कोरोना वायरस दे विच असीं बहुत कुछ लॉस्ट कीता है, असीं बड़े प्यारे भैन भरा लॉस्ट कीते, और फिर असीं प्रभु दे अगे सवाल करते हैं। एंड आई डू कि प्रभु सचमुच ये बंदे तू इन्हों भी लैके जा सकता, वो मेरे सवालों में झल सकता। प्रभु मेरे वर्गा पतली चमड़ी का नहीं गा,
कि हरेक गल दे उत्ते मैनू गुस्सा आ जाएगा, मैं भड़क जाऊंगा। बहुत सहन शक्ति है। इस बंदे ने शुरू तो सवाए सवालों तो कख नहीं किया, और अगे भी इन्हें कख नहीं करना। और प्रभु ने अपना जड़ा होण दिखाना वो दो बंदियां दे राही सानू दिखाना, इहदे राही और सैमसन दे राही। सैमसन दे राही इस बुक दे विच सिर्फ दो चीज़ां इंपोर्टेंट, गिडियन, गिदाउन ते सैमसन। और असीं ये देखते पाए हैं कि प्रभु किन्ना भला आ। इत्थे इस चीज नूं देखो, वो किन्ना भला आ। वो इस इंसान दे लैवल ते आके इस नूं चुकदा पिया। जिद्दां सैमुअल ये चीज बड़ी लाइक करदा हुंदा सीगा जो निक्का हुंदा सी कि डैडी ने अपने मोढियां ते उहनूं चुक लिया ते उहने मेरे मोहरे आ खड़ा हो जाना। हुण तो मेरे तो गेठ उच्चा है, वो मेरे मोहरे आ खड़ा हो जाना ते थला सीगा कि डैडी टुक ते मैं थले होके ओदियां लत्तां दे विच दी अपना सिर पा के उस नूं अपने मोढियां ते चुक लैंदा। This is what God does. प्रभु साडा इस तरह काम करदा, इन्ना नम्र हो। जिसले सानू डिग्गिया होया नूं चुकदा है ना, तो ऐदां चुकदा है, ऐदां चुकदा। वो साडे तो भी नीवा होके, नम्र होके, जिस गहराई जिस गंदगी दे विच असीं हुन्ने आ, उत्थे अपने हथ पा के सानू चुकदा। और इहदे विच ही प्रभु दी वडियाई। इस दे विच प्रभु दी वडियाई नहीं, कर्मां दे विच प्रभु दा पता की कहा जांदा, कहंदा कर्मां दे विच उसने कहा कि प्रभु दे विच तुहाडे विच कदी कोई 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 एकाग्रता नहीं हैगी, तो वो कदी नहीं इदा करता, वो अपनी जगह कदी नहीं छड्डदा। चाहे वो इस्लाम आ, चाहे हिंदुइज्म आ, चाहे वो कुछ भी है। और मेरी इस चीज नूं जान लो कि जिसले असीं हिंदुइज्म की गल करते हैं, सिखिज्म उस तो बाहर कदी नहीं जा सकता। इट्स द सेम थिंग विद अ टच। और टच जिहड़ी वो प्रभु दी है, जिहड़ी इन्हां नूं दित्ती गई है, और वो टच है मूल मंत्र। और जिस मेरे सिख भैन भरा नूं मूल मंत्र समझ आ जांदा, उसनूं समझ आ जांदी कि यसू यसू। इस चीज नूं सानू हमेशा याद रखना चाहिए। सो इन्हां चीज़ां नूं जिद्दां जिद्दां असीं अगे बढ़ांगे होर खोल के देखांगे। साडा टाइम हो गया, असीं हुण कल नूं गिदाउन दी इस स्टोरी नूं पूरा करांगे। लेट अस प्रे। प्यारे प्रभु, मैं तेरा बहुत शुक्र करदा अपने भैन भरावां दे लई। मैं इन्हां नूं बहुत बरकत दिंदा खुदावन, क्योंकि इन्हां दे कारण मेरे हथ मिठे होंदे। इस बड़े मीह दे विच कोई बूंद मेरे अंदर भी प्रभु जी पैंदी है। और एक बार फिर मैनू तेरा प्रभु तेरा शब्द देखने को मिलता। अज तो पहला मैं कदे नहीं सी जानिया कि उसने चट्टान दे उत्ते सब कुछ टोलण दे लई किया, चट्टान दे उत्ते सब कुछ रखण दे लई किया। और प्रभु दे अग ने आके उसनू स्वीकार किया। जब मैं प्रभु जी अपनी तैयारी दे विच इन्हां चीज़ां नूं देखिया, मैं सचमुच प्रभु जी तेरे मोरे नतमस्तक सी। एक नवीं चीज तो मैनू दिखा, कितनी बार मैं इन्हां हिस्सियां दे विच दी गुजर चुका। ये सब कुछ तो मेरे भैन भरावां दी करके मेरे ते बरकत करदा। मैं इस दे लई तेरा शुक्र। प्यारे प्रभु, तो इन्हां दे परिवारां नूं, इन्हां दे बच्चियां नूं, बच्चियां दे बच्चियां नूं, आउण वालियां जनरेशनां नूं बरकत दे। तेरी हजूरी, तेरी रहम, तेरी दया, तेरी राखी, तेरा आराम, तेरी शांति, तेरा प्यार इन्हां दे खानदानां दे विच होए।
ਜੋ ਭਟਕ ਗਏ ਉਹਨਾਂ ਨੂੰ ਵਾਪਸ ਲੈ ਕੇ ਆ, ਜੋ ਕੰਢਿਆਂ ਦੇ ਉੱਤੇ ਆ ਪ੍ਰਭੂ ਜੀ ਉਹਨਾਂ ਨੂੰ ਆਪਣੀ ਨਜ਼ਦੀਕੀ ਚ ਲੈ ਕੇ ਆ। ਇਹ ਸਭ ਕੁਝ ਮੈਂ ਆਪਣੇ ਪਿਆਰੇ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦਾ। और मेरे प्यारे भैन भरा कहन ब्लैस यू, खुदावन तुहानू बरकत दे और तुहाडे सारियां दे नाल बनिया रहे। कल नूं आपां गदाउन दी स्टोरी नूं खत्म करांगे। ब्लैस यू।